नमस्कार साथियों। रीट ਦੇ ਲੈਵਲ 1 ਅਤੇ 2 ਦੇ ਅੰਦਰ ਪੰਜਾਬੀ ਭਾਸ਼ਾ ਦੀ ਤਿਆਰੀ ਦੇ ਲਈ ਅੱਜ ਦਾ ਆਪਣਾ ਟੌਪਿਕ ਹੈ ਅਗੇਤਰ ਪਿਛੇਤਰ। ਇਹ ਲੈਵਲ 1 ਅਤੇ ਲੈਵਲ 2 ਦੋਨੋਂ ਲੈਂਗੁਏਜ ਦੇ ਅੰਦਰ ਪਹਿਲੇ ਹੀ ਪੁਆਇੰਟ ਦੇ ਅੰਦਰ ਆਪਣੇ ਇਹ ਦਿੱਤਾ ਹੋਇਆ ਹੈ ਅਗੇਤਰ ਅਤੇ ਪਿਛੇਤਰ। ਇਸ ਨੂੰ ਅੱਜ ਆਪਾਂ ਸਿਰਫ ਸਮਝਣਾ ਹੈ। ਪ੍ਰੈਕਟਿਸ ਦੇ ਲਈ ਆਪ ਨੂੰ ਮੈਂ ਇਸ ਦੀ PDF ਹੈ ਜੋ ਟੈਲੀਗ੍ਰਾਮ ਚੈਨਲ ਦੇ ਉੱਪਰ ਅਵੇਲੇਬਲ ਕਰਵਾ ਦਿਆਂਗਾ। ਉੱਥੇ ਜਾ ਕੇ ਤੁਸੀਂ ਇਸ ਦੀ PDF ਤੋਂ ਪ੍ਰੈਕਟਿਸ ਵੀ ਕਰ ਸਕਦੇ ਹੋ। ਹੋਰ ਵੀ ਬਹੁਤ ਸਾਰੇ ਸ਼ਬਦਾਂ ਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਜਿਨ੍ਹਾਂ ਦੀ ਸੰਭਾਵਨਾ ਇਮਤਿਹਾਨ ਦੇ ਅੰਦਰ ਪੁੱਛੇ ਜਾਣ ਦੀ ਹੈ। ਪਰ ਅੱਜ ਆਪਾਂ ਸਿਰਫ ਇਸ ਕਲਾਸ ਦੇ ਰਾਹੀਂ ਇਸ ਨੂੰ ਸਮਝਣਾ ਹੈ ਕਿ ਅਸਲ ਦੇ ਅੰਦਰ ਅਗੇਤਰ ਪਿਛੇਤਰ ਹੁੰਦੇ ਕੀ ਨੇ। ਜੇਕਰ ਆਪਣੇ ਇਹ ਗੱਲ ਸਮਝ 'ਚ ਆ ਗਈ ਤਾਂ ਆਪਣੇ ਲਈ ਕੋਈ ਮੁਸ਼ਕਿਲ ਨਹੀਂ ਹੈ ਕਿ ਪੇਪਰ ਦੇ ਅੰਦਰ ਜੋ ਪੁੱਛਿਆ ਜਾ ਰਿਹਾ ਹੈ ਉਹ ਆਪਾਂ ਪੜ੍ਹਿਆ ਹੈ ਜਾਂ ਨਹੀਂ। ਸਿਰਫ ਉਸ ਨੂੰ ਸਮਝ ਦੇ ਆਧਾਰ 'ਤੇ ਵੀ ਆਪਾਂ ਉਸ ਦਾ ਉੱਤਰ ਦੇ ਸਕਦੇ ਹਾਂ। ਇਸ ਤੋਂ ਪਹਿਲੇ ਮੈਂ ਦੱਸਣਾ ਚਾਹਾਂਗਾ ਕਿ ਆਪ ਟੈਲੀਗ੍ਰਾਮ ਦੇ ਉੱਪਰ ਬਣੇ ਹੋਏ ਸਹਿਜ ਸਟੱਡੀਜ਼ ਚੈਨਲ ਅਤੇ ਇੱਕ ਹੋਰ ਸਹਿਜ ਸਟੱਡੀਜ਼ ਟੈਟ ਪੰਜਾਬੀ ਦਾ ਜਿਹੜਾ ਚੈਨਲ ਹੈ ਲਿੰਕ ਦੇ ਅੰਦਰ ਦਿੱਤਾ ਹੋਏਗਾ ਆਪ ਨੂੰ ਉਹ ਜੁਆਇਨ ਕਰ ਲੈਣਾ, ਜਿੱਥੇ ਆਪ ਨੂੰ ਇਸ ਰੀਟ ਇਮਤਿਹਾਨ ਨਾਲ ਜੁੜੀਆਂ ਹੋਈਆਂ PDFਾਂ JPG ਫਾਈਲਾਂ ਇਸ ਤੋਂ ਇਲਾਵਾ ਆਪ ਨੂੰ ਕੁਇਜ਼ ਵਗੈਰਾ ਮਿਲਦੀਆਂ ਰਹਿਣਗੀਆਂ। ਤਾਂ ਆਓ ਸਾਥੀਓ ਗੱਲ ਕਰਦੇ ਹਾਂ ਅੱਜ ਆਪਾਂ ਅਗੇਤਰ ਦੀ। ਸ਼ਬਦ ਦੇ ਆਧਾਰ 'ਤੇ ਆਪਾਂ ਜਦੋਂ ਇਹ ਸ਼ਬਦਾਂ ਦੀ ਆਪਾਂ ਵੇਖਦੇ ਹਾਂ ਤਾਂ ਉਹਨਾਂ ਦੇ ਅੰਦਰ ਆਪਣੇ ਕੋਲੇ ਅਗੇਤਰ ਪਿਛੇਤਰ ਆ ਜਾਂਦੇ ਨੇ। ਜਿਹੜੇ ਸ਼ਬਦ ਕਿਸੇ ਸਾਰਥਕ ਸ਼ਬਦਾਂ ਦੇ ਅੱਗੇ ਲੱਗ ਕੇ ਨਵੇਂ ਸ਼ਬਦ ਬਣਾਵੇ ਉਹਨਾਂ ਨੂੰ ਅਸੀਂ ਅਗੇਤਰ ਆਖਦੇ ਹਾਂ। ਯਾਨੀ ਆਪਾਂ ਅਗੇਤਰ ਕਿਹੜੇ ਸ਼ਬਦਾਂ ਨੂੰ ਕਹਿੰਦੇ ਹਾਂ? ਜਿਹੜੇ ਕਿਸੇ ਹੋਰ ਸ਼ਬਦਾਂ ਦੇ ਅੱਗੇ ਲੱਗ ਕੇ ਕੋਈ ਨਵੇਂ ਸ਼ਬਦ ਬਣਾਉਂਦੇ ਹੋਣ ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਅਗੇਤਰ ਕਹਿੰਦੇ ਹਾਂ। ਅਗੇਤਰ ਲਗਾਉਣ ਲੱਗੇ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਅਗੇਤਰ ਸਦਾ ਸਾਰਥਕ ਸ਼ਬਦਾਂ ਨਾਲ ਹੀ ਲੱਗਦੇ ਨੇ, ਨਿਰਾਰਥਕ ਸ਼ਬਦਾਂ ਨਾਲ ਨਹੀਂ ਲੱਗਦੇ। ਹੁਣ ਅਗੇਤਰ ਦੀ ਇੱਕ ਖਾਸ ਵਜ੍ਹਾ ਇਹ ਵੀ ਹੈ ਕਿ ਅਗੇਤਰ ਹਮੇਸ਼ਾ ਹੀ ਹੈ ਜਿਹੜਾ ਉਹ ਸਾਰਥਕ ਸ਼ਬਦਾਂ ਦੇ ਨਾਲ ਲਾਇਆ ਜਾਂਦਾ ਹੈ, ਨਿਰਾਰਥਕ ਦੇ ਨਾਲ ਨਹੀਂ। ਸਾਰਥਕ ਦਾ ਮਤਲਬ ਹੈ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੋਵੇ ਅਤੇ ਨਿਰਾਰਥਕ ਦਾ ਮਤਲਬ ਹੈ ਜਿਨ੍ਹਾਂ ਦਾ ਕੋਈ ਅਰਥ ਨਾ ਨਿਕਲਦਾ ਹੋਵੇ। ਯਾਨੀ ਐਸੇ ਕਿਸੇ ਵੀ ਸ਼ਬਦ ਦੇ ਅੱਗੇ ਆਪਾਂ ਅਗੇਤਰ ਲਗਾ ਸਕਦੇ ਹਾਂ ਜਿਸ ਦੇ ਕੋਈ ਅਰਥ ਨਿਕਲਦਾ ਹੈ ਅਤੇ ਅਗੇਤਰ ਲਗਾਉਣ ਤੋਂ ਬਾਅਦ ਸਾਥੀਓ ਉਹ ਕੋਈ ਨਵਾਂ ਸ਼ਬਦ ਉਹ ਬਣ ਜਾਣਾ ਚਾਹੀਦਾ। ਉਸ ਸ਼ਬਦ ਦਾ ਕੋਈ ਅਰਥ ਬਦਲ ਕੇ ਨਿਕਲਣਾ ਚਾਹੀਦਾ, ਨਵਾਂ ਹੋ ਜਾਣਾ ਚਾਹੀਦਾ ਉਹ। ਯਾਨੀ ਜੋ ਮੂਲ ਸ਼ਬਦ ਹੈ ਉਸ ਦੇ ਸ਼ਬਦ ਤੋਂ ਇਲਾਵਾ ਕੋਈ ਸਾਰਥਕ ਸ਼ਬਦ ਬਣ ਜਾਣਾ ਚਾਹੀਦਾ। ਹੁਣ ਆਪਾਂ ਪ੍ਰੈਕਟਿਸ ਦੇ ਲਈ ਸਮਝ ਲੈਂਦੇ ਹਾਂ ਕਿ ਉਹ ਕਿਵੇਂ। ਜਿਵੇਂ ਕਿ ਆਪਣੇ ਕੋਲੇ ਆ ਗਿਆ ਅਵ। ਅਵ ਅਗੇਤਰ ਲਾ ਕੇ ਅਵਗੁਣ ਬਣਦਾ ਹੈ। ਹੁਣ ਅਵ ਜਿਹੜਾ ਸ਼ਬਦ ਹੈ ਉਹਨੂੰ ਆਪਾਂ ਅਗੇਤਰ ਦੇ ਤੌਰ 'ਤੇ ਵਰਤਣਾ ਹੈ ਤਾਂ ਆਪਾਂ ਅਵ ਤੋਂ ਨਵਾਂ ਜਿਹੜਾ ਸ਼ਬਦ ਕੀ ਬਣਾ ਸਕਦੇ ਹਾਂ? ਅਵਗੁਣ। ਹੁਣ ਅਵਗੁਣ ਕਿਵੇਂ ਆਪਣਾ ਅਵਗੁਣ ਸ਼ਬਦ ਦੇ ਅੰਦਰ ਗੁਣ ਸ਼ਬਦ ਮੂਲ ਹੈ ਅਤੇ ਉਸ ਦੇ ਅੱਗੇ ਲੱਗਿਆ ਹੋਇਆ ਅਵ ਸ਼ਬਦ ਹੈ ਜਿਹੜਾ ਉਹ ਅਗੇਤਰ ਹੈ। ਕਿਵੇਂ ਇਹ ਆਪਾਂ ਨੂੰ ਪਤਾ ਲੱਗੇ? ਇਹਦੇ ਲਈ ਇੱਕ ਹੋਰ ਇੱਥੇ ਗੱਲ ਕਹੀ ਗਈ ਹੈ ਕਿ ਜਿਸ ਵਿੱਚ ਅਵ ਅਤੇ ਗੁਣ ਦੋ ਸ਼ਬਦ ਨੇ, ਇਹ ਆਪਾਂ ਦੇਖ ਹੀ ਲਿਆ। ਅਵ ਅਗੇਤਰ ਹੈ ਅਤੇ ਗੁਣ ਸਾਰਥਕ ਸ਼ਬਦ ਹੈ, ਇਹ ਵੀ ਆਪਾਂ ਸਮਝ ਲਿਆ। ਜਿਸ ਤੋਂ ਨਵਾਂ ਸ਼ਬਦ ਅਵਗੁਣ ਬਣਿਆ, ਯਾਨੀ ਇਸ ਤੋਂ ਨਵਾਂ ਸ਼ਬਦ ਕੀ ਬਣ ਗਿਆ? ਅਵਗੁਣ। ਹੁਣ ਆਪਣੇ ਕੋਲੇ ਦੋ ਸ਼ਬਦ ਸੀ ਅਵ ਅਤੇ ਗੁਣ। ਹੁਣ ਅਵ ਨੂੰ ਅਲੱਗ ਕਰ ਦਿਓ, ਗੁਣ ਨੂੰ ਅਲੱਗ ਕਰ ਦਿਓ। ਹੁਣ ਅਵ ਤਾਂ ਹੋ ਗਿਆ ਅਗੇਤਰ ਅਤੇ ਗੁਣ ਸ਼ਬਦ ਹੈ ਜਿਹੜਾ ਉਹਦਾ ਕੋਈ ਅਰਥ ਨਿਕਲਦਾ। ਹੁਣ ਗੁਣ ਸ਼ਬਦ ਦਾ ਕੋਈ ਅਰਥ ਨਿਕਲਦਾ ਸੀ, ਉਹਦੇ ਅੱਗੇ ਆਪਾਂ ਇੱਕ ਅਗੇਤਰ ਲਗਾ ਦਿੱਤਾ ਅਵ। ਹੁਣ ਆਪਣੇ ਕੋਲੇ ਸ਼ਬਦ ਬਣ ਗਿਆ ਅਵਗੁਣ। ਹੁਣ ਜਿਹੜਾ ਆਹ ਅਵਗੁਣ ਸ਼ਬਦ ਬਣ ਗਿਆ ਹੁਣ ਇਹਦਾ ਵੀ ਕੋਈ ਨਾ ਕੋਈ ਅਰਥ ਨਿਕਲ ਰਿਹਾ। ਕੀ ਨਿਕਲ ਰਿਹਾ? ਯਾਨੀ ਗੁਣਾ ਦੇ ਉਲਟ। ਅਤੇ ਜਦੋਂ ਕਿ ਇਸ ਅਗੇਤਰ ਨੂੰ ਆਪਾਂ ਹਟਾ ਦਈਏ, ਜਿਹੜਾ ਅਵ ਸ਼ਬਦ ਹੈ ਉਹਨੂੰ ਹਟਾ ਦਈਏ, ਆਪਣੇ ਕੋਲੇ ਫੇਰ ਬਚਦਾ ਹੈ ਗੁਣ। ਅਤੇ ਗੁਣ ਦਾ ਮਤਲਬ ਹੋ ਗਿਆ ਗੁਣਵਾਨ, ਯਾਨੀ ਗੁਣਾ ਵਾਲਾ। ਯਾਨੀ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਣ ਸ਼ਬਦ ਦੇ ਅੱਗੇ ਅਗੇਤਰ ਅਵ ਲਾਵਾਂਗੇ ਤਾਂ ਆਪਣੇ ਕੋਲੇ ਨਵਾਂ ਸਾਰਥਕ ਸ਼ਬਦ ਬਣ ਜਾਏਗਾ ਜਿਵੇਂ ਕਿ ਅਵਗੁਣ। ਪਰ ਜਦੋਂ ਆਪਾਂ ਉਹ ਅਵ ਹਟਾ ਦਿਆਂਗੇ ਤਾਂ ਫਿਰ ਆਪਣੇ ਕੋਲ ਮੂਲ ਸ਼ਬਦ ਹੈ ਜਿਹੜਾ ਉਹ ਬਚ ਜਾਂਦਾ ਹੈ ਗੁਣ। ਯਾਨੀ ਸੌਖੇ ਸ਼ਬਦਾਂ 'ਚ ਇਹ ਕਹੀਏ ਕਿ ਆਪਣਾ ਐਸਾ ਕੋਈ ਵੀ ਸ਼ਬਦ ਜਿਹੜਾ ਸਾਰਥਕ ਹੈ ਉਹਦੇ ਅੱਗੇ ਆਪਾਂ ਅਗੇਤਰ ਲਗਾ ਸਕਦੇ ਹਾਂ ਅਤੇ ਅਗੇਤਰ ਲਗਾਉਣ ਤੋਂ ਬਾਅਦ ਜਿਹੜਾ ਨਵਾਂ ਸ਼ਬਦ ਬਣਦਾ ਉਹਦਾ ਕੋਈ ਨਾ ਕੋਈ ਅਰਥ ਨਿਕਲਣਾ ਚਾਹੀਦਾ ਅਤੇ ਅਗੇਤਰ ਹਟਾ ਕੇ ਵੀ ਕੋਈ ਨਾ ਕੋਈ ਅਰਥ ਹੋਣਾ ਚਾਹੀਦਾ ਹੈ। ਮੂਲ ਸ਼ਬਦ ਦਾ ਕੋਈ ਅਰਥ ਹੋਵੇ, ਨਿਰਾਰਥਕ ਨਹੀਂ ਸਾਰਥਕ ਹੋਵੇ। ਸਾਰਥਕ ਦਾ ਮਤਲਬ ਅਰਥ ਨਿਕਲਣ ਵਾਲਾ ਹੋਵੇ। ਇਹ ਜੇਕਰ ਤੁਸੀਂ ਨਾ ਵੀ ਪੜ੍ਹਿਆ ਹੋਵੇ ਤਾਂ ਪੇਪਰ ਦੇ ਅੰਦਰ ਪ੍ਰੈਕਟਿਸ ਕਰਕੇ ਵੀ ਉਸ ਨੂੰ
ਸਮਝ ਸਕਦੇ ਹੋ ਕਿ ਕਿਵੇਂ ਉਸ ਤੁਹਾਡੇ ਲਈ ਉਹ ਰਾਈਟ ਵਿਕਲਪ ਹੈ। ਕਿਵੇਂ ਜਿਵੇਂ ਕਿ ਉਸ ਨੂੰ ਤੁਸੀਂ ਪ੍ਰੈਕਟਿਸ ਦੇ ਤੌਰ 'ਤੇ ਅਗੇਤਰ ਜਾਂ ਪਿਛੇਤਰ ਪੁੱਛੇ ਜਾਂਦੇ ਨੇ ਤਾਂ ਉਸ ਨੂੰ ਹਟਾ ਕੇ ਦੇਖ ਲਿਆ ਕਰੋ। ਜੇਕਰ ਬਚਿਆ ਹੋਇਆ ਸ਼ਬਦ ਸਾਰਥਕ ਹੋਵੇ ਤਾਂ ਇਸ ਆਧਾਰ 'ਤੇ ਤੁਸੀਂ ਉਸ ਨੂੰ ਰਾਈਟ ਮੰਨ ਸਕਦੇ ਹੋ। ਜਿਵੇਂ ਕਿ ਆਪਾਂ ਇੱਕ ਹੋਰ ਦੇਖਦੇ ਹਾਂ, ਕੁ ਅਗੇਤਰ ਲਗਾ ਕੇ ਬਣਿਆ ਸ਼ਬਦ ਕੁਕਰਮ ਸਹੀ ਹੈ, ਕਿਉਂਕਿ ਕੁ ਅਗੇਤਰ ਹਟਾਉਣ ਤੋਂ ਬਾਅਦ ਕਰਮ ਸਾਰਥਕ ਸ਼ਬਦ ਬਚਦਾ ਹੈ। ਹੁਣ ਕੁਕਰਮ ਸ਼ਬਦ ਦੇਤਾ ਕਿ ਆਪਾਂ ਨੂੰ ਕਹਿ ਦਿੱਤਾ ਕਿ ਕੁਕਰਮ ਸ਼ਬਦ ਵਿੱਚ ਅਗੇਤਰ ਦੱਸੋ, ਤਾਂ ਆਪਾਂ ਹੁਣ ਕੀ ਦੱਸਾਂਗੇ ਇਸ ਦੇ ਅੰਦਰ। ਹੁਣ ਇਹਦੇ ਅੰਦਰ ਕੀ ਹੈ, ਆਪਣੇ ਅਗੇਤਰ ਹਟਾਉਣ ਤੋਂ ਬਾਅਦ 'ਚ ਸਾਰਥਕ ਸ਼ਬਦ ਬਚਣਾ ਚਾਹੀਦਾ। ਹੁਣ ਆਪਾਂ ਕੂ ਹਟਾਇਆ ਤਾਂ ਪਿੱਛੇ ਬਚ ਗਿਆ ਕਰਮ। ਹੁਣ ਕਰਮ ਦਾ ਮਤਲਬ ਹੁੰਦਾ ਹੈ ਕੰਮ, ਤੇ ਜਦੋਂ ਕਰਮ ਦੇ ਅੱਗੇ ਆਪਾਂ ਕੂ ਲਗਾ ਦਿੱਤਾ ਤਾਂ ਕੁਕਰਮ ਬਣ ਗਿਆ, ਯਾਨੀ ਭੈੜੇ ਕੰਮ। ਤਾਂ ਇਸ ਆਧਾਰ 'ਤੇ ਆਪਣੇ ਕੋਲ ਜਿਹੜੇ ਦੋਨੇ ਸ਼ਬਦ ਸੀ, ਅਗੇਤਰ ਹਟਾਉਣ ਤੋਂ ਬਾਅਦ 'ਚ ਤੇ ਅਗੇਤਰ ਲਾਉਣ ਤੋਂ ਬਾਅਦ 'ਚ, ਦੋਨਾਂ ਦਾ ਕੋਈ ਨਾ ਕੋਈ ਅਰਥ ਨਿਕਲ ਰਿਹਾ ਸੀ। ਪਰ ਅੱਗੇ ਆਪਾਂ ਇਸ ਨੂੰ ਹੋਰ ਸਮਝਦੇ ਹਾਂ। ਕੁ ਅਗੇਤਰ ਤੋਂ ਅਸੀਂ ਕੁੱਕੜ ਜਾਂ ਕੁੱਤਾ ਸ਼ਬਦ ਨਹੀਂ ਬਣਾ ਸਕਦੇ। ਹੁਣ ਤੁਸੀਂ ਕਹੋਗੇ ਜੀ ਕੂ ਸ਼ਬਦ ਤਾਂ ਕੁੱਕੜ 'ਚ ਵੀ ਲੱਗਦਾ ਹੈ ਅਤੇ ਕੁੱਤੇ 'ਚ ਵੀ ਲੱਗਦਾ, ਇਹਨਾਂ 'ਚ ਨਹੀਂ ਲੱਗ ਸਕਦਾ, ਇਹ ਅਗੇਤਰ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਆਪਾਂ ਅਗੇਤਰ ਜੇਕਰ ਹਟਾਵਾਂਗੇ, ਜਿਵੇਂ ਕਿ ਇਸ ਦੇ ਅੰਦਰ ਕੁੱਕੜ ਦੇ ਅੰਦਰ ਕੂ ਹਟਾਵਾਂਗੇ, ਪਿੱਛੇ ਕੀ ਬਚ ਗਿਆ, ਕੜ। ਕੜ ਦਾ ਕੋਈ ਅਰਥ ਨਿਕਲਦਾ ਹੈ? ਕੋਈ ਅਰਥ ਨਹੀਂ ਨਿਕਲਦਾ। ਜਿਵੇਂ ਕੁੱਤਾ, ਕੁੱਤੇ 'ਚ ਵੀ ਕੂ ਲੱਗਿਆ ਹੈ, ਪਰ ਕੂ ਹਟਾਵਾਂਗੇ ਤਾਂ ਪਿੱਛੇ ਤਾ ਬਚਿਆ, ਤਾ ਦਾ ਕੋਈ ਅਰਥ ਨਹੀਂ ਨਿਕਲਦਾ। ਬਸ ਇਹੀ ਗੱਲ ਸਮਝਣੀ ਹੈ। ਜੇਕਰ ਇਹ ਗੱਲ ਸਮਝ 'ਚ ਆ ਗਈ ਤਾਂ ਸਮਝੋ ਤੁਹਾਡੇ ਲਈ ਇਹ ਟੌਪਿਕ ਕੁਛ ਵੀ ਨਹੀਂ ਹੈ। ਤੁਸੀਂ ਆਪਣੇ ਅਨੁਭਵ ਦੇ ਆਧਾਰ 'ਤੇ ਇਸ ਨੂੰ ਸਹੀ ਕਰ ਦਿਓਗੇ, ਕੋਈ ਮੁਸ਼ਕਿਲ ਨਹੀਂ ਹੈ। ਅਤੇ ਸਿੱਧੇ ਹੀ ਪੁੱਛਣਗੇ, ਉਹ ਇੱਦਾਂ ਪੁੱਛ ਸਕਦਾ ਹੈ ਆਪ ਨੂੰ ਕਿ ਹੇਠ ਲਿਖਿਆ ਵਿੱਚੋਂ ਕਿਹੜਾ ਅਗੇਤਰ ਲਗਾ ਕੇ ਨਹੀਂ ਹੈ ਜਾਂ ਪਿਛੇਤਰ ਲਗਾ ਕੇ ਨਹੀਂ ਹੈ, ਜਾਂ ਫਿਰ ਇਹਨਾਂ ਵਿੱਚੋਂ ਕਿਹੜਾ ਪਿਛੇਤਰ ਵਾਲਾ ਹੈ, ਅਗੇਤਰ ਦੇ ਦੇਗਾ, ਇੱਕ ਪਿਛੇਤਰ ਦੇ ਦੇਗਾ। ਇੱਦਾਂ ਉਹ ਕੋਈ ਵੀ ਕੁਐਸਚਨ ਬਣਾ ਕੇ ਆਪ ਨੂੰ ਪੁੱਛ ਸਕਦਾ। ਇਸ ਲਈ ਮੈਂ ਕਹਿੰਦਾ ਹਾਂ ਕਿ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਨਾ ਕਿ ਰੱਟਾ ਲਗਾਓ। ਪ੍ਰੈਕਟਿਸ ਜ਼ਰੂਰ ਹੋਣੀ ਚਾਹੀਦੀ ਹੈ ਸਾਡੀ, ਸ਼ਬਦਾਂ ਨੂੰ ਪੜ੍ਹਨਾ ਵੀ ਪੈਂਦਾ ਹੈ, ਪਰ ਉਸ ਤੋਂ ਪਹਿਲੇ ਉਸ ਟੌਪਿਕ ਨੂੰ ਜ਼ਰੂਰ ਸਮਝਿਆ ਜਾਏ। ਹੁਣ ਆਪਾਂ ਹੋਰ ਦੇਖਦੇ ਹਾਂ, ਕਿਉਂਕਿ ਕੂ ਹਟਾਉਣ ਨਾਲ ਕੜ ਅਤੇ ਤਾ ਹੀ ਬਚਦੇ ਨੇ, ਜੋ ਕਿ ਨਿਰਾਰਥਕ ਹੈ, ਯਾਨੀ ਜਿਨ੍ਹਾਂ ਦਾ ਕੋਈ ਕੜ, ਨਾ ਤਾਂ ਕੜ ਦਾ ਕੋਈ ਅਰਥ ਨਿਕਲਦਾ ਹੈ ਅਤੇ ਨਾ ਹੀ ਤਾ ਦਾ। ਜਦੋਂ ਕਿ ਇਹਨਾਂ ਦੋਨਾਂ ਦੇ ਅੱਗੇ ਕੂ ਲਾ ਕੇ ਕੁੱਕੜ ਤੇ ਕੁੱਤਾ ਬਣਦੇ ਨੇ, ਪਰ ਕੜ ਤੇ ਤਾ ਇਹਨਾਂ ਦਾ ਅਰਥ ਨਹੀਂ ਨਿਕਲਦਾ। ਇਸ ਲਈ ਆਪਾਂ ਕੂ ਸ਼ਬਦ ਲਗਾ ਕੇ ਅਗੇਤਰ ਦੇ ਤੌਰ 'ਤੇ ਕੂ ਨਹੀਂ ਕਹਿ ਸਕਦੇ ਇਸ ਦੇ ਅੰਦਰ। ਹਾਲਾਂਕਿ ਕੁੱਕੜ ਇੱਕ ਸ਼ਬਦ ਹੈ, ਕੁੱਤਾ ਇੱਕ ਸ਼ਬਦ ਹੈ, ਪਰ ਇਹਨਾਂ ਕੁੱਤਾ ਅਤੇ ਕੁੱਕੜ ਦੇ ਅੰਦਰ ਅਗੇਤਰ ਦੇ ਤੌਰ 'ਤੇ ਕੂ ਨਹੀਂ ਹੈ, ਜੋ ਕਿ ਨਿਰਾਰਥਕ ਹੈ। ਇਸ ਤਰ੍ਹਾਂ ਅਸੀਂ ਅਗੇਤਰ ਸਾਰਥਕ ਸ਼ਬਦਾਂ ਨਾਲ ਲਾ ਕੇ ਹੀ ਨਵੇਂ ਸ਼ਬਦ ਬਣਾ ਸਕਦੇ ਹਾਂ। ਅਗੇਤਰ ਚਿੰਨ੍ਹ ਮਾਤਰ ਹੁੰਦੇ ਨੇ। ਅਗੇਤਰ ਕੀ ਹੁੰਦੇ ਨੇ? ਚਿੰਨ੍ਹ ਮਾਤਰ ਹੈ, ਯਾਨੀ ਅਗੇਤਰ ਦਾ ਅਰਥ ਨਹੀਂ ਨਿਕਲਦਾ, ਪਰ ਅਗੇਤਰ ਲੱਗ ਕੇ ਉਹ ਜਿਹੜਾ ਨਵਾਂ ਸ਼ਬਦ ਬਣ ਜਾਂਦਾ ਹੈ ਤਾਂ ਉਹ ਪੂਰਾ ਸ਼ਬਦ ਕੋਈ ਨਾ ਕੋਈ ਅਰਥ ਦਿੰਦਾ ਹੈ। ਇਹ ਗੱਲ ਹੈ। ਅਗੇਤਰ ਦਾ ਕੋਈ ਅਰਥ ਨਹੀਂ ਹੁੰਦਾ, ਉਹ ਸਿਰਫ ਇੱਕ ਚਿੰਨ੍ਹ ਮਾਤਰ ਹੁੰਦੇ ਨੇ, ਪਰ ਉਹ ਜਿਹੜਾ ਅਗੇਤਰ ਲੱਗ ਕੇ ਨਵਾਂ ਸ਼ਬਦ ਬਣਦਾ ਹੈ ਤਾਂ ਉਹਦਾ ਕੋਈ ਅਰਥ ਜ਼ਰੂਰ ਨਿਕਲਦਾ ਹੈ। ਇਹਨਾਂ ਦਾ ਪੂਰਾ ਅਰਥ ਨਹੀਂ ਨਿਕਲਦਾ। ਜੇਕਰ ਪੂਰਾ ਅਰਥ ਨਿਕਲਦਾ ਹੋਵੇ ਤਾਂ ਇਹ ਅਗੇਤਰ ਵਜੋਂ ਵਰਤਣ ਤੋਂ ਬਾਅਦ ਸ਼ਬਦ ਦਾ ਅਰਥ ਵੀ ਬਦਲ ਦਿੰਦੇ ਨੇ। ਜਿਸ ਤਰ੍ਹਾਂ ਪਰ ਦਾ ਅਰਥ ਹੈ ਖੰਭ, ਇਹ ਅਗੇਤਰ ਦੇ ਤੌਰ 'ਤੇ ਵਰਤਿਆ ਪ੍ਰਦੇਸ਼ ਬਣਦਾ ਹੈ, ਜਿਸ ਦਾ ਅਰਥ ਹੈ ਪਰਾਇਆ ਦੇਸ਼, ਯਾਨੀ ਪਰਾਏ ਦੇਸ਼ ਤੋਂ ਆਪਾਂ ਇਹ ਸ਼ਬਦ ਲੈ ਸਕਦੇ ਹਾਂ। ਸਾਥੀਓ, ਇਹ ਤਾਂ ਸੀ ਅਗੇਤਰ ਦਾ ਟੌਪਿਕ, ਬੜਾ ਹੀ ਸੌਖਾ ਹੈ। ਅਗੇਤਰ ਹਟਾਉਣ ਤੋਂ ਬਾਅਦ 'ਚ ਬਚਿਆ ਹੋਇਆ ਸ਼ਬਦ ਸਾਰਥਕ ਹੋਣਾ ਚਾਹੀਦਾ ਹੈ। ਅਗੇਤਰ ਲੱਗਣ ਤੋਂ ਬਾਅਦ ਜਿਹੜਾ ਪੂਰਾ ਸ਼ਬਦ ਬਣਦਾ ਉਹਦਾ ਕੋਈ ਨਾ ਕੋਈ ਅਰਥ ਨਿਕਲਣਾ ਚਾਹੀਦਾ ਹੈ। ਇਸ ਆਧਾਰ 'ਤੇ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਰਾਈਟ ਵਿਕਲਪ ਤੱਕ ਪਹੁੰਚ ਜਾਓਗੇ। ਸੇਮ ਕੰਡੀਸ਼ਨ ਹੀ ਸਾਥੀਓ ਪਿਛੇਤਰ ਦੇ ਅੰਦਰ ਹੁੰਦੀ ਹੈ, ਪਰ ਉਸ ਤੋਂ ਪਹਿਲੇ ਆਪਾਂ ਕੁਝ ਸ਼ਬਦਾਂ ਨੂੰ ਦੇਖ ਲੈਣੇ ਹੈ। ਇੱਥੇ ਆਪਾਂ ਨੂੰ ਬਹੁਤ ਸਾਰੇ ਸ਼ਬਦ ਦਿੱਤੇ ਗਏ ਨੇ, ਇਹ ਆਪ ਨੂੰ ਮੈਂ PDF ਅਵੇਲੇਬਲ ਕਰਵਾ ਦਿਆਂਗਾ ਸਮਝਣ ਦੇ ਲਈ, ਜਾਂ ਤੁਸੀਂ ਕਿਸੇ ਵੀ ਵਿਆਕਰਣ ਦੀ ਬੁੱਕ ਦੇ ਅੰਦਰੋਂ ਇਹਨਾਂ ਦੀ ਪ੍ਰੈਕਟਿਸ ਕਰ ਸਕਦੇ ਹੋ। ਜਿਵੇਂ ਕਿ ਅਪ ਸ਼ਬਦ ਹੈ, ਅਪਮਾਨ, ਮਾਨ ਤੇ ਅੱਗੇ ਅਗੇਤਰ ਦੇ ਤੌਰ 'ਤੇ ਅਪ ਲੱਗਿਆ ਹੋਇਆ ਹੈ। ਸ਼ਗਨ, ਅਪਸ਼ਗਨ, ਇਸ ਤਰੀਕੇ ਨਾਲ। ਜਿਵੇਂ ਕਿ ਅੱਧ ਸ਼ਬਦ ਹੈ ਜਿਹੜਾ, ਅੱਧ ਵਾਟੇ, ਯਾਨੀ ਅੱਧ ਹਟਾ ਦਈਏ ਤਾਂ ਵਾਟੇ ਵੱਜਦਾ, ਵਾਟ ਯਾਨੀ ਰਸਤਾ, ਅੱਧੇ ਰਸਤੇ ਆਪਾਂ ਇਹਨੂੰ ਕਹਿ ਸਕਦੇ, ਅੱਧ ਵਾਟੇ। ਅੱਧ ਰੰਗ,
यानी रंग अद्धा हटा दिए तो पिछे रंग बचता है। रंग आप समझते हो लाल नीला इस तरीके नाल, इस तरीके नाल इत्थे बहुत सारे आपनूं ये शब्द प्रैक्टिस के तौर पर मिल जाएंगे जो कि टैलीग्राम चैनल के उपर मैं अवेलेबल करवा देंगा। इस दे नाल नाल साथियों अपना एक होर टॉपिक आ जाता है पिछेत्र का। सेम गल पिछेत्र वाले दे अंदर भी आ जाती है, जिवें कि ਜਿਹੜੇ शब्द किसी सार्थक शब्दों के पिछे लग के नवा शब्द बनाए उसनूं असीं पिछेत्र आखदे हां। हुण अगेतर लगदे है अगे ते पिछेत्र लगदे है पिछे। अगेतर वो हुंदे ने ਜਿਹੜੇ किसी शब्द के अगे लग के नवा शब्द बनाउण, ते पिछेत्र वो हुंदे ने ਜਿਹੜੇ किसी शब्द के पिछे लग के नवा शब्द बनाउण ते नवे शब्द का कोई ना कोई अर्थ निकलदा होवे। पिछेत्र हटण तो बाद भी उस शब्द का कोई अर्थ निकलदा होवे ते पिछेत्र लगण तो बाद भी उसका कोई ना कोई अर्थ जरूर निकलदा होवे। हालांकि अगेतर ते पिछेत्रा का कोई भी अर्थ नहीं निकलदा, वो चिन्ह मात्र हुंदे ने। पिछेत्र भी सार्थक शब्दां नाल लगदा है, निरार्थक शब्दां नाल नहीं लगदा। जिवें कि तय पिछेत्र की वरतों करते समय पिछेत्र रहत शब्द सार्थक होना चाहिए है। जिवें रंगत, हुण रंगत आपां नूं रंगत शब्द दे दिता तो आपां नूं कहता दसो भी ये अंदर पिछेत्र की है, गत है, तय है या फिर रंगत ही है। तो साथियों हुण जे आपां इत्थे देखो तय शब्द हटा के बाकी देखांगे तो अपने कोले रंग शब्द बचता है। रंग का मतलब लाल नीला पीला कुछ भी हो सकता है। पर जे आप सोचिए कि गत शब्द पिछेत्र है तो फिर रै बचता है, रै का कोई अर्थ नहीं निकलता। तो इस आधार पर गत शब्द है जोड़ा वो पिछेत्र नहीं हो सकता। तो पिछेत्र की होएगा सिर्फ तय, क्योंकि तय हटाने तो बाद अपने को जो शब्द बचता वो बचता है रंग। इत्थे तय हटाने तो बाद रंग बचता है, ये रंग शब्द सार्थक है, यानी रंग का कोई ना कोई अपने को अर्थ निकलता है। इस तरीके नाल इत्थे आपनूं बहुत सारे यह पिछेत्र के तौर पर आपनूं शब्द मिल जाएंगे जिन्हां दी तुसीं प्रैक्टिस कर सकते हो, पढ़ सकते हो। इन्हां नूं पढ़ के तुसीं इम्तिहान दे लई अपने आप नूं अपडेट कर सकते हो। ये PDF मैं आपनूं टैलीग्राम चैनल के उपर अवेलेबल करवा देंगा। इस तरीके के होर भी बहुत सारे शब्द आपनूं पंजाबी की व्याकरण के अंदर, चाहे वो स्कूली लेवल की व्याकरण होवे या फिर कालजी पद्धर की व्याकरण होवे, उत्थे भी आपनूं मिल जाएगी। उत्थों भी तुसीं इसकी प्रैक्टिस कर सकते हो। इस तो अलावा साथियों आपनूं इस नाल जुड़े हुए कुछ होर शब्द हुंदे ने, जिवें कि शब्द उत्पत्ति के होर तरीके हुंदे ने जिहड़े ये भी आपनूं पता होना चाहिए है। जिवें कि अगेतर पिछेत्र लगाउण तो बिना शब्द उत्पत्ति की कुछ होर भी तरीके ने, जिवें कि भावार्थ तो नाम बनाउणा, नाम तो विशेषण बनाउणा, भावार्थ तो विशेषण बनाउणा। ये भी PDF आपनूं नाल ही मिल जाएगी। प्रैक्टिस के तौर पर इन्हां दी भी प्रैक्टिस कर लेना। ये थोड़े जिहे शब्दां की जेकर तुसीं एक दो बार प्रैक्टिस कर लओगे तो बड़े ही सहज तरीके दे नाल आपनूं इन्हां दा समझ आ जाएगी। मैनूं आस है कि आपनूं अगेतर ते पिछेत्र का जिहड़ा अज दा टॉपिक है चंगे तरीके नाल समझ आया होएगा। फिर भी इस दे अंदर कोई गुंजाइश रह गई होवे तां कमेंट करके जरूर दसना। नैक्सट वीडियो आप दी जिहड़ी होर वधेरे लाहेबंद हो सके, इसलिए आप दे जिहड़े कमेंट ने उन्हां नूं मैं शामिल करके उन्हां दे अंदर नवी वीडियो तैयार करांगा। ऐसे आस दे नाल मिलदे हां अगली वीडियो दे अंदर। उदों तक दे लई धन्नवाद साथियों।